ਮੈਂ ਬਹੁਤ ਦਿਨਾਂ ਤੋਂ ਪਰੇਸ਼ਾਨ ਸੀ ਕਿਉਂਕਿ ਗੱਲ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਵਾਲੀ ਸੀ। ਇੱਕ ਤਾਂ ਮੇਰਾ ਪਤੀ ਘਰ ਵਿੱਚ ਨਹੀਂ ਸੀ ਅਤੇ ਦੂਜਾ ਮੇਰੇ ਸਹੁਰੇ ਦਾ ਵਰਤਾਓ ਵੀ ਦਿਨ ਬ ਦਿਨ ਅਜੀਬ ਹੁੰਦਾ ਜਾ ਰਿਹਾ ਸੀ। ਮੈਂ ਆਪਣੇ ਪਤੀ ਤੋਂ ਬਹੁਤ ਡਰਦੀ ਸੀ, ਪਰ ਹੁਣ ਪਾਣੀ ਸਿਰ ਉੱਪਰੋਂ ਲੰਘ ਚੁੱਕਿਆ ਸੀ। ਇਸ ਲਈ ਸੋਚਿਆ ਕਿ ਉਸ ਨਾਲ ਗੱਲ ਕੀਤੀ ਜਾਵੇ, ਕਿਉਂਕਿ ਉਸ ਆਦਮੀ ਦੇ ਨਾਲ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ ਅਤੇ ਮੈਨੂੰ ਡਰ ਲੱਗਣ ਲੱਗਿਆ ਸੀ। ਉਂਝ ਵੀ ਅੱਜ ਕੱਲ੍ਹ ਕਿਸੇ ਦੇ ਬਾਰੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਲੋਕ ਬਾਹਰੋਂ ਕੀ ਦਿਖਦੇ ਹਨ ਅਤੇ ਅੰਦਰੋਂ ਕੀ ਹੁੰਦੇ ਹਨ, ਇਹ ਦੋ ਅਲੱਗ-ਅਲੱਗ ਗੱਲਾਂ ਹਨ। ਇਸ ਘਰ ਵਿੱਚ ਜੇਕਰ ਮੇਰਾ ਕੋਈ ਸੀ ਤਾਂ ਸਿਰਫ ਮੇਰਾ ਪਤੀ ਹੀ ਸੀ। ਇਸ ਲਈ ਮੈਨੂੰ ਉਸ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਸੀ। ਪਰ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਪਤੀ ਨਾਲ ਗੱਲ ਕਰਦੀ, ਮੈਨੂੰ ਆਪਣੇ ਸਹੁਰੇ ਦੇ ਬਾਰੇ ਵਿੱਚ ਅਜਿਹੀ ਗੱਲ ਪਤਾ ਚੱਲੀ ਕਿ ਮੈਂ ਆਪਣੇ ਪਤੀ ਨੂੰ ਕੁਝ ਵੀ ਨਾ ਕਹਿ ਸਕੀ। ਮੇਰਾ ਨਾਂ ਪ੍ਰੀਤੀ ਹੈ। ਮੇਰੀ ਉਮਰ 20 ਸਾਲ ਸੀ। ਮੇਰੇ ਲਈ ਰਿਸ਼ਤਾ ਲੱਭਿਆ ਜਾ ਰਿਹਾ ਸੀ। ਮੇਰੇ ਪਾਪਾ ਕਹਿੰਦੇ ਸਨ ਕਿ ਅਜਿਹੀ ਜਗ੍ਹਾ ਰਿਸ਼ਤਾ ਕਰਨਾ ਹੈ ਜਿਨ੍ਹਾਂ ਦਾ ਆਪਣਾ ਘਰ ਹੋਵੇ ਅਤੇ ਚੰਗੇ ਲੋਕ ਹੋਣ, ਅਤੇ ਮੇਰੀ ਮੰਮੀ ਦਾ ਕਹਿਣਾ ਸੀ ਕਿ ਜ਼ਿਆਦਾ ਵੱਡਾ ਖਾਨਦਾਨ ਨਹੀਂ ਹੋਣਾ ਚਾਹੀਦਾ। ਇਸ ਤਰ੍ਹਾਂ ਇੱਕ ਰਿਸ਼ਤਾ ਮਿਲ ਗਿਆ ਜਿਸ ਵਿੱਚ ਮੇਰਾ ਪਤੀ ਅਤੇ ਸਿਰਫ ਉਸਦੇ ਪਾਪਾ ਹੀ ਸਨ, ਜੋ ਇੱਕ ਹੀ ਘਰ ਵਿੱਚ ਰਹਿੰਦੇ ਸਨ। ਉਹਨਾਂ ਦਾ ਆਪਣਾ ਘਰ ਸੀ ਅਤੇ ਮੇਰੇ ਪਤੀ ਦਾ ਕੋਈ ਭੈਣ ਭਾਈ ਵੀ ਨਹੀਂ ਸੀ। ਉਹ ਇਕੱਲਾ ਸੀ। ਰਿਸ਼ਤਾ ਦੇਖਣ ਲਈ ਮੇਰਾ ਸਹੁਰਾ ਹੀ ਆਇਆ ਸੀ। ਉਸਨੇ ਕਿਹਾ ਕਿ ਸਾਡੇ ਖਾਨਦਾਨ ਵਿੱਚ ਹੋਰ ਕੋਈ ਨਹੀਂ ਹੈ। ਕੁਝ ਲੋਕ ਹਨ, ਪਰ ਉਹ ਸਾਡੀ ਖੁਸ਼ੀਆਂ ਤੋਂ ਖੁਸ਼ ਨਹੀਂ ਹੁੰਦੇ। ਮੇਰੇ ਮਾਂ-ਬਾਪ ਨੂੰ ਕੋਈ ਦਿੱਕਤ ਨਹੀਂ ਸੀ, ਕਿਉਂਕਿ ਉਹਨਾਂ ਦੇ ਖਾਨਦਾਨ ਵਿੱਚ ਵੀ ਇਸੇ ਤਰ੍ਹਾਂ ਦਾ ਮਾਹੌਲ ਸੀ। ਇਸ ਲਈ ਅਸੀਂ ਕਿਹਾ ਕਿ ਅਸੀਂ ਤੁਹਾਡੀ ਗੱਲ ਸਮਝ ਸਕਦੇ ਹਾਂ ਅਤੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ। ਪਰ ਮੁੰਡਾ ਹਾਲੇ ਤੱਕ ਸਾਡੇ ਘਰ ਨਹੀਂ ਆਇਆ ਸੀ। ਸਾਡੇ ਘਰ ਦਾ ਮਾਹੌਲ ਇਸ ਤਰ੍ਹਾਂ ਦਾ ਨਹੀਂ ਸੀ ਕਿ ਜਿਵੇਂ ਅਕਸਰ ਹੋਰ ਘਰਾਂ ਵਿੱਚ ਹੁੰਦਾ ਹੈ। ਮੇਰੀ ਮੰਮੀ ਦਾ ਕਹਿਣਾ ਸੀ ਕਿ ਵਿਆਹ ਤੋਂ ਪਹਿਲਾਂ ਮੁੰਡੇ ਅਤੇ ਕੁੜੀ ਦੀ ਆਪਸ ਵਿੱਚ ਛੋਟੀ ਜਿਹੀ ਮੁਲਾਕਾਤ ਕਰਵਾ ਦਿੱਤੀ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ। ਆਖਰਕਾਰ ਇਹਨਾਂ ਨੂੰ ਆਪਣੀ ਜ਼ਿੰਦਗੀ ਗੁਜ਼ਾਰਨੀ ਹੈ। ਮੇਰੇ ਪਾਪਾ ਨੇ ਵੀ ਕਿਹਾ ਕਿ ਠੀਕ ਹੈ, ਇਸੇ ਤਰ੍ਹਾਂ ਹੀ ਕਰਦੇ ਹਾਂ। ਇਸ ਲਈ ਸਾਡੀ ਗੱਲਬਾਤ ਪੱਕੀ ਹੋ ਚੁੱਕੀ ਸੀ, ਪਰ ਮੁੰਡਾ ਸਾਡੇ ਘਰ ਨਹੀਂ ਆ ਰਿਹਾ ਸੀ। ਇੱਕ ਦਿਨ ਮੇਰੇ ਹੋਣ ਵਾਲੇ ਸਹੁਰੇ ਨੇ ਕਿਹਾ ਕਿ ਮੈਂ ਆਪਣੇ ਬੇਟੇ ਮਨਦੀਪ ਨੂੰ ਲੈ ਕੇ ਆ ਰਿਹਾ ਹਾਂ। ਅਸੀਂ ਘਰ ਦੀ ਸਾਫ਼ ਸਫਾਈ ਵੀ ਕਰ ਲਈ। ਮੈਂ ਥੋੜ੍ਹਾ ਤਿਆਰ ਵੀ ਹੋ ਗਈ ਅਤੇ ਦਿਲ ਵਿੱਚ ਸੋਚਣ ਲੱਗੀ ਕਿ ਜਿਸ ਇਨਸਾਨ ਨਾਲ ਮੈਂ ਆਪਣੀ ਸਾਰੀ ਜ਼ਿੰਦਗੀ ਗੁਜ਼ਾਰਨੀ ਹੈ, ਉਸ ਨਾਲ ਥੋੜ੍ਹੀ ਬਹੁਤ ਗੱਲਬਾਤ ਵੀ ਹੋ ਜਾਵੇਗੀ। ਪਰ ਜਦੋਂ ਮੇਰਾ ਸਹੁਰਾ ਸਾਡੇ ਘਰ ਆਇਆ ਤਾਂ ਉਹ ਇਕੱਲਾ ਹੀ ਸੀ। ਉਹਨਾਂ ਨਾਲ ਮੇਰਾ ਹੋਣ ਵਾਲਾ ਪਤੀ ਨਹੀਂ ਆਇਆ ਸੀ ਅਤੇ ਉਹਨਾਂ ਨੇ ਕਿਹਾ ਕਿ ਅਚਾਨਕ ਹੀ ਕੋਈ ਕੰਮ ਆ ਗਿਆ ਸੀ। ਮੇਰੀ ਮੰਮੀ ਨੇ ਗੱਲ ਨੂੰ ਸੰਭਾਲ ਲਿਆ ਅਤੇ ਕਿਹਾ ਕਿ ਕੋਈ ਗੱਲ ਨਹੀਂ, ਹੁਣ ਤਾਂ ਆਉਣਾ ਜਾਣਾ ਲੱਗਿਆ ਹੀ ਰਹੇਗਾ। ਪਰ ਉਹ ਹੈਰਾਨ ਸੀ ਅਤੇ ਸੋਚ ਰਹੀ ਸੀ ਕਿ ਮੁੰਡਾ ਸਾਡੇ ਘਰ ਕਿਉਂ ਨਹੀਂ ਆਉਣਾ ਚਾਹੁੰਦਾ ਸੀ। ਕਿ ਉਹ ਆਪ ਆਪਣੀ ਹੋਣ ਵਾਲੀ ਪਤਨੀ ਨੂੰ ਦੇਖਣਾ ਨਹੀਂ ਚਾਹੁੰਦਾ ਸੀ, ਜਾਂ ਉਹ ਜ਼ਿਆਦਾ ਹੀ ਸ਼ਰਮੀਲਾ ਸੀ। ਪਰ ਅੱਜ ਕੱਲ੍ਹ ਤਾਂ ਕੁੜੀਆਂ ਵੀ ਇੰਨਾ ਨਹੀਂ ਸ਼ਰਮਾਉਂਦੀਆਂ ਹਨ, ਤਾਂ ਉਹ ਮੁੰਡਾ ਹੋ ਕੇ ਕਿਉਂ ਸ਼ਰਮਾ ਰਿਹਾ ਸੀ। ਫਿਰ ਵਿਆਹ ਦਾ ਦਿਨ ਵੀ ਆ ਗਿਆ ਅਤੇ ਸਾਡੇ ਦੋਵਾਂ ਦਾ ਵਿਆਹ ਹੋ ਗਿਆ। ਮੈਂ ਆਪਣੇ ਸਹੁਰੇ ਘਰ ਆਈ ਤਾਂ ਮੈਂ ਦੇਖਿਆ ਕਿ ਸੱਚਮੁੱਚ ਹੀ ਇਸ ਘਰ ਵਿੱਚ ਕੋਈ ਔਰਤ ਨਹੀਂ ਰਹਿੰਦੀ ਸੀ। ਇਸ ਲਈ ਇਸ ਘਰ ਦਾ ਬੁਰਾ ਹਾਲ ਸੀ। ਮੈਨੂੰ ਇਸ ਘਰ ਨੂੰ ਸਾਫ਼ ਕਰਨ ਲਈ 1 ਮਹੀਨਾ ਲੱਗਿਆ। ਇਸ ਦੌਰਾਨ ਮੇਰੇ ਪਤੀ ਦਾ ਵਰਤਾਅ ਮੇਰੇ ਪ੍ਰਤੀ ਬਿਲਕੁਲ ਵੀ ਚੰਗਾ ਨਹੀਂ ਸੀ। ਦੁਨੀਆ ਵਾਲਿਆਂ ਲਈ ਤਾਂ ਅਸੀਂ ਬਿਲਕੁਲ ਠੀਕ ਅਤੇ ਚੰਗੇ ਤਰੀਕੇ ਨਾਲ ਜ਼ਿੰਦਗੀ ਬਿਤਾ ਰਹੇ ਸੀ, ਪਰ ਇਸ ਰਿਸ਼ਤੇ ਵਿੱਚ ਕੋਈ ਵੀ ਪਿਆਰ ਮੁਹੱਬਤ ਜਾਂ ਕੋਈ ਅਹਿਸਾਸ ਨਹੀਂ ਸੀ। ਅਸੀਂ ਜਿਵੇਂ ਬਸ ਆਪਣਾ ਫਰਜ਼ ਪੂਰਾ ਕਰ ਰਹੇ ਸੀ, ਜਿਵੇਂ ਸਾਡੇ ਵਿਆਹ ਨੂੰ 10 ਸਾਲ ਹੋ ਚੁੱਕੇ ਹੋਣ। ਪਰ ਮੈਨੂੰ ਅਜਿਹੀ ਜ਼ਿੰਦਗੀ ਨਹੀਂ ਗੁਜ਼ਾਰਨੀ ਸੀ। ਇੱਕ ਇਕੱਲੇ ਘਰ ਵਿੱਚ ਆਉਣ ਦਾ ਕੋਈ ਫਾਇਦਾ ਹੋਣਾ ਚਾਹੀਦਾ ਸੀ। ਇੱਥੇ ਤਾਂ ਮੇਰੀ ਕੋਈ ਸੱਸ ਵੀ ਨਹੀਂ ਸੀ ਅਤੇ ਨਾ ਹੀ ਕੋਈ ਨਣਦ ਸੀ। ਕੋਈ ਇਸ ਤਰ੍ਹਾਂ ਦੀ ਔਰਤ ਨਹੀਂ ਸੀ ਜੋ ਮੈਨੂੰ ਮੇਰੀ ਮਰਜ਼ੀ ਕਰਨ ਤੋਂ ਮਨ੍ਹਾ ਕਰਦੀ। ਪਰ ਮੇਰਾ ਪਤੀ ਮੇਰਾ ਬਿਲਕੁਲ ਵੀ ਸਾਥ ਨਹੀਂ ਦਿੰਦਾ ਸੀ। ਚਾਹੁੰਦੇ ਹੋਏ ਵੀ ਕਦੇ ਬਾਹਰ ਵੀ ਨਹੀਂ ਜਾ ਸਕਦੇ ਸੀ। ਕਿਤੇ ਘੁੰਮਣ ਜਾਣਾ ਤਾਂ ਦੂਰ, ਉਹ ਤਾਂ ਮੈਨੂੰ ਕਦੇ ਸ਼ਹਿਰ ਵਿੱਚ ਵੀ ਨਹੀਂ ਘੁਮਾਉਣ ਲੈ ਕੇ ਗਿਆ ਸੀ। ਇੱਕ ਦਿਨ ਮੈਂ ਬਾਜ਼ਾਰ ਜਾਣਾ ਸੀ ਤਾਂ ਉਸਨੇ ਕਿਹਾ ਕਿ ਆਪਣੇ ਸਹੁਰੇ ਨਾਲ ਚਲੀ ਜਾ। ਮੈਂ ਉਹਨਾਂ ਦੇ ਨਾਲ ਹੀ ਚਲੀ ਗਈ। ਉਹਨਾਂ ਦਾ ਨਾਂ ਸੁਰਿੰਦਰ ਸੀ। ਉਹ ਬਹੁਤ ਚੰਗੇ ਇਨਸਾਨ ਸਨ। 1 ਮਹੀਨਾ ਮੈਨੂੰ ਇਹ ਘਰ ਸੈੱਟ ਕਰਨ ਵਿੱਚ ਹੀ ਲੱਗ ਗਿਆ। ਮੈਂ ਬਹੁਤ ਜ਼ਿਆਦਾ ਬਿਜੀ ਰਹਿੰਦੀ ਸੀ।
ਅਤੇ ਜਦੋਂ 1 ਮਹੀਨਾ ਪੂਰਾ ਹੋਇਆ ਤਾਂ ਮੇਰੇ ਪਤੀ ਨੇ ਦੱਸਿਆ ਕਿ ਉਹ ਤਾਂ ਵਿਦੇਸ਼ ਜਾਣਾ ਚਾਹੁੰਦਾ ਹੈ। ਸਾਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਉਹ ਵਿਦੇਸ਼ ਵਿੱਚ ਕੰਮ ਕਰਦਾ ਹੈ, ਪਰ ਇਹ ਵੀ ਦੱਸਿਆ ਗਿਆ ਸੀ ਕਿ ਵਿਆਹ ਤੋਂ ਬਾਅਦ ਉਹ ਨਹੀਂ ਜਾਵੇਗਾ, ਇੱਥੇ ਹੀ ਕਾਰੋਬਾਰ ਸ਼ੁਰੂ ਕਰੇਗਾ। ਕਿਉਂਕਿ ਮੇਰੇ ਪਾਪਾ ਨੂੰ ਇਸ ਗੱਲ ਤੋਂ ਇਤਰਾਜ਼ ਸੀ। ਉਹ ਕਹਿੰਦੇ ਸਨ ਕਿ ਜੋ ਆਦਮੀ ਆਪਣੀ ਘਰਵਾਲੀ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਹਨ, ਉਹਨਾਂ ਦੀ ਪਤਨੀ ਤਾਂ ਵਿਧਵਾ ਹੋ ਜਾਂਦੀ ਹੈ, ਕਿਉਂਕਿ ਜਿਸ ਔਰਤ ਨਾਲ ਉਸਦਾ ਪਤੀ ਨਹੀਂ ਹੁੰਦਾ ਉਹ ਸੁਹਾਗਣ ਵੀ ਨਹੀਂ ਹੁੰਦੀ। ਖੈਰ, ਇਹ ਮੇਰੇ ਪਾਪਾ ਦੇ ਨਿੱਜੀ ਵਿਚਾਰ ਸਨ, ਪਰ ਮੇਰੀ ਮੰਮੀ ਨੂੰ ਇਸ ਗੱਲ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਉਹ ਕਹਿੰਦੀ ਸੀ ਕਿ ਉਹ ਉੱਥੇ ਰਹੇਗਾ ਤਾਂ ਪੈਸੇ ਕਮਾਏਗਾ, ਅਤੇ ਅੱਜ ਕੱਲ੍ਹ ਤਾਂ ਘੱਟ ਪੈਸਿਆਂ ਵਿੱਚ ਗੁਜ਼ਾਰਾ ਨਹੀਂ ਹੁੰਦਾ। ਬਾਹਰ ਰਹਿ ਕੇ ਜੇਕਰ 2 ਪੈਸੇ ਜ਼ਿਆਦਾ ਕਮਾਏਗਾ ਤਾਂ ਉਸਦੀ ਪਤਨੀ ਅਤੇ ਬੱਚਿਆਂ ਦੇ ਹੀ ਕੰਮ ਆਉਣਗੇ, ਅਤੇ ਉਹ ਕਿਹੜਾ ਸਾਰੀ ਜ਼ਿੰਦਗੀ ਉੱਥੇ ਹੀ ਰਹੇਗਾ। 2-4 ਸਾਲ ਮਿਹਨਤ ਕਰਨ ਵਿੱਚ ਕੋਈ ਬੁਰੀ ਗੱਲ ਨਹੀਂ ਹੈ। ਮੇਰੀ ਮੰਮੀ ਨੇ ਮੈਨੂੰ ਕਿਹਾ ਕਿ ਆਪਣੇ ਪਤੀ ਨੂੰ ਜਾਣ ਦੇ, ਉਹ ਉੱਥੇ ਰਹੇਗਾ ਤਾਂ ਤੂੰ ਆਪਣੇ ਲਈ ਵੀ ਵਿਦੇਸ਼ ਦੀਆਂ ਚੀਜ਼ਾਂ ਮੰਗਵਾਉਂਦੀ ਰਿਹਾ ਕਰੀਂ। ਜੇਕਰ ਤੂੰ ਉਸਨੂੰ ਰੋਕਿਆ ਤਾਂ ਉਹ ਕਹੇਗਾ ਕਿ ਮੇਰੀ ਪਤਨੀ ਨੇ ਹੀ ਮੈਨੂੰ ਜਾਣ ਨਹੀਂ ਦਿੱਤਾ ਸੀ। ਇਹ ਮੇਰੀ ਤਰੱਕੀ ਦੇ ਰਸਤੇ ਵਿੱਚ ਖੜੀ ਹੋ ਗਈ ਸੀ, ਅਤੇ ਤੂੰ ਕਿਹੜਾ ਉਸ ਨਾਲ ਲਵ ਮੈਰਿਜ ਕੀਤੀ ਹੈ। ਤੂੰ ਇੱਥੇ ਆਰਾਮ ਨਾਲ ਰਹਿ ਅਤੇ ਉਸਨੂੰ ਜਾਣ ਦੇ। ਮੈਨੂੰ ਤਾਂ ਸਮਝ ਨਹੀਂ ਆ ਰਹੀ ਸੀ ਕਿ ਮੈਂ ਆਪਣੇ ਬਾਪ ਦੀ ਗੱਲ ਮੰਨਦੀ ਜਾਂ ਆਪਣੀ ਮਾਂ ਦੀ, ਪਰ ਅਸਲ ਗੱਲ ਤਾਂ ਇਹ ਹੈ ਕਿ ਮੇਰੇ ਪਤੀ ਨੇ ਤਾਂ ਆਪਣੀ ਮਰਜ਼ੀ ਕਰਨੀ ਸੀ। ਉਸਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਵਿਦੇਸ਼ ਚਲਾ ਗਿਆ। ਮੈਂ ਉਸਨੂੰ ਕਿਹਾ ਕਿ ਉਹ ਕਦੋਂ ਵਾਪਸ ਆਵੇਗਾ, ਤਾਂ ਉਸਨੇ ਕਿਹਾ ਕਿ ਇਸ ਬਾਰੇ ਵਿੱਚ ਮੈਨੂੰ ਕੁਝ ਨਹੀਂ ਪਤਾ। ਜਦੋਂ ਪਤਾ ਚੱਲੇਗਾ ਤਾਂ ਸਭ ਤੋਂ ਪਹਿਲਾਂ ਤੈਨੂੰ ਹੀ ਦੱਸਾਂਗਾ। ਮੈਂ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਕਿ ਉਹ ਮੈਨੂੰ ਛੱਡ ਕੇ ਜਾਵੇ। ਉਸਨੇ ਮੈਨੂੰ ਦੱਸਿਆ ਵੀ ਨਹੀਂ ਸੀ ਕਿ ਉਸਨੇ ਜਾਣਾ ਹੈ। ਇਸ ਬਾਰੇ ਵਿੱਚ ਮੇਰੇ ਪਾਪਾ ਨੇ ਮੇਰੇ ਪਤੀ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਆਪਣੇ ਪਾਪਾ ਨੂੰ ਕਿਹਾ ਕਿ ਘੱਟ ਤੋਂ ਘੱਟ ਇਹਨਾਂ ਨੂੰ ਪੁੱਛੋ ਤਾਂ ਸਹੀ ਕਿ ਇਹਨਾਂ ਨੇ ਸਾਡੇ ਨਾਲ ਝੂਠ ਕਿਉਂ ਬੋਲਿਆ। ਜੇਕਰ ਕੋਈ ਅਜਿਹੀ ਗੱਲ ਸੀ ਤਾਂ ਉਹ ਸਾਨੂੰ ਪਹਿਲਾਂ ਦੱਸ ਦਿੰਦੇ, ਤਾਂ ਜੋ ਮੈਂ ਦਿਮਾਗੀ ਤੌਰ 'ਤੇ ਤਿਆਰ ਰਹਿੰਦੀ। ਪਰ ਪਾਪਾ ਨੇ ਕਿਹਾ ਕਿ ਅਸੀਂ ਕੁੜੀ ਵਾਲੇ ਹਾਂ, ਜ਼ਿਆਦਾ ਸਵਾਲ ਨਹੀਂ ਕਰ ਸਕਦੇ। ਮੇਰਾ ਪਤੀ ਤਾਂ ਇੰਝ ਗਿਆ ਜਿਵੇਂ ਉਹ ਇੱਥੇ ਤੋਂ ਨਿਕਲ ਕੇ ਬਹੁਤ ਖੁਸ਼ ਸੀ। 3-4 ਦਿਨ ਤਾਂ ਉਸਨੇ ਮੈਨੂੰ ਫੋਨ ਹੀ ਨਹੀਂ ਕੀਤਾ, ਜਦੋਂ ਕਿ ਉਹ ਕਹਿ ਰਿਹਾ ਸੀ ਕਿ ਉੱਥੇ ਜਾਂਦੇ ਹੀ ਫੋਨ ਕਰੇਗਾ। 15-20 ਦਿਨ ਹੋ ਗਏ ਸਨ, ਪਰ ਉਸਦਾ ਕੋਈ ਫੋਨ ਨਹੀਂ ਆਇਆ। ਫਿਰ ਮੈਂ ਆਪਣੇ ਸਹੁਰੇ ਨੂੰ ਪੁੱਛਿਆ ਕਿ ਉਹ ਤੁਹਾਨੂੰ ਫੋਨ ਕਰਦਾ ਹੈ, ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਵੀ ਬਸ ਇੱਕ ਵਾਰ ਉਸਦਾ ਫੋਨ ਆਇਆ ਸੀ ਕਿ ਉਹ ਠੀਕ-ਠਾਕ ਪਹੁੰਚ ਗਿਆ ਹੈ। ਮੈਂ ਕਿਹਾ ਕਿ ਮੈਨੂੰ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ। ਤਾਂ ਮੇਰੇ ਸਹੁਰੇ ਨੇ ਕਿਹਾ ਕਿ ਬੇਟੇ, ਉੱਥੋਂ ਦੇ ਮਾਹੌਲ ਵਿੱਚ ਸੈੱਟ ਹੋਣ ਲਈ ਥੋੜ੍ਹਾ ਟਾਈਮ ਲੱਗਦਾ ਹੈ, ਅਤੇ ਫਿਰ ਉੱਥੋਂ ਦਾ ਟਾਈਮ ਇੱਥੋਂ ਦੇ ਟਾਈਮ ਤੋਂ ਅਲੱਗ ਹੈ। ਉਸਦਾ ਕੰਮ ਵੀ ਬਹੁਤ ਮਿਹਨਤ ਵਾਲਾ ਹੈ। ਉਹ ਜਿਵੇਂ ਹੀ ਸੈੱਟ ਹੋ ਜਾਵੇਗਾ ਸਭ ਤੋਂ ਪਹਿਲਾਂ ਤੈਨੂੰ ਫੋਨ ਕਰੇਗਾ, ਕਿਉਂਕਿ ਤੂੰ ਉਸਦੀ ਪਤਨੀ ਹੈ। ਫਿਰ ਉਸਨੇ ਮੈਨੂੰ ਪੂਰੇ 1 ਮਹੀਨੇ ਤੱਕ ਕੋਈ ਕਾਲ ਨਹੀਂ ਕੀਤੀ, ਅਤੇ ਉਸ ਤੋਂ ਬਾਅਦ ਵੀ ਫੋਨ ਕੀਤਾ ਤਾਂ ਆਪਣੇ ਬਾਪ ਦੇ ਕਹਿਣ 'ਤੇ, ਕਿਉਂਕਿ ਮੈਂ ਸੁਣ ਲਿਆ ਸੀ ਕਿ ਮੇਰਾ ਸਹੁਰਾ ਉਸਨੂੰ ਕਹਿ ਰਿਹਾ ਸੀ ਕਿ ਤੂੰ ਆਪਣੀ ਪਤਨੀ ਨੂੰ ਫੋਨ ਕਿਉਂ ਨਹੀਂ ਕਰਦਾ, ਬਲਕਿ ਉਹ ਉਸਨੂੰ ਝਿੜਕ ਰਹੇ ਸਨ। ਇਸ ਲਈ ਉਸਨੇ ਮੈਨੂੰ ਫੋਨ ਕੀਤਾ, ਪਰ ਫਿਰ ਵੀ ਜ਼ਿਆਦਾ ਗੱਲ ਨਹੀਂ ਕੀਤੀ, ਬਸ ਫਰਜ਼ ਪੂਰਾ ਕਰਕੇ ਫੋਨ ਕੱਟ ਦਿੱਤਾ ਸੀ। ਮੈਨੂੰ ਕੁਝ ਗੜਬੜ ਲੱਗ ਰਹੀ ਸੀ। ਮੈਨੂੰ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਮੇਰਾ ਪਤੀ ਮੇਰੇ ਨਾਲ ਵਿਆਹ ਹੀ ਨਹੀਂ ਕਰਨਾ ਚਾਹੁੰਦਾ ਸੀ। ਇਸ ਤੋਂ ਇਲਾਵਾ ਮੈਂ ਹੋਰ ਕੀ ਸੋਚ ਸਕਦੀ ਸੀ। ਸ਼ੁਰੂ ਤੋਂ ਹੀ ਉਸਦਾ ਵਰਤਾਓ ਮੇਰੇ ਨਾਲ ਇਸ ਤਰ੍ਹਾਂ ਦਾ ਹੀ ਸੀ, ਪਰ ਮੇਰੇ ਸਹੁਰੇ ਦਾ ਕਹਿਣਾ ਸੀ ਕਿ ਤੂੰ ਜ਼ਿਆਦਾ ਹੀ ਸੋਚ ਰਹੀ ਹੈ, ਅਜਿਹੀ ਕੋਈ ਗੱਲ ਨਹੀਂ ਹੈ, ਸਭ ਕੁਝ ਠੀਕ ਹੋ ਜਾਵੇਗਾ। ਇਨਸਾਨ ਜਿਵੇਂ ਸੋਚਦਾ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ। ਮੇਰੇ ਪਤੀ ਨੇ ਜਾਣ ਤੋਂ ਬਾਅਦ ਜਦੋਂ ਪਹਿਲੀ ਵਾਰ ਆਪਣੀ ਸੈਲਰੀ ਭੇਜੀ ਤਾਂ ਅਸੀਂ ਸਭ ਹੈਰਾਨ ਰਹਿ ਗਏ। ਇਹ ਤਾਂ ਬਹੁਤ ਜ਼ਿਆਦਾ ਪੈਸੇ ਸਨ। ਇਹ ਪੈਸੇ ਉਸਨੇ ਆਪਣੇ ਬਾਪ ਲਈ ਹੀ ਭੇਜੇ ਸਨ। ਮੇਰਾ ਸਹੁਰਾ ਬਹੁਤ ਖੁਸ਼ ਹੋ ਗਿਆ। ਹੁਣ ਤੱਕ ਤਾਂ ਉਹ ਜਦੋਂ ਵੀ ਮੇਰੇ ਪਤੀ ਨਾਲ ਫੋਨ 'ਤੇ ਗੱਲ ਕਰਦੇ ਤਾਂ ਮੇਰੇ ਬਾਰੇ ਜ਼ਰੂਰ ਕਹਿੰਦੇ ਸਨ ਕਿ ਆਪਣੀ ਪਤਨੀ ਨੂੰ ਸਮਾਂ ਦਿਆ ਕਰ, ਪਰ ਇਸ ਵਾਰ ਉਹਨਾਂ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ। ਬਸ ਆਪਣੇ ਬੇਟੇ 'ਤੇ ਹੀ ਖੁਸ਼ ਹੁੰਦੇ ਰਹੇ ਅਤੇ ਮਾਣ ਕਰਦੇ ਰਹੇ ਕਿ ਤੂੰ ਤਾਂ ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਪੈਸੇ ਭੇਜੇ ਹਨ। ਮੇਰਾ ਪਤੀ ਆਪਣੇ ਬਾਪ ਨੂੰ ਤਾਂ ਫੋਨ ਕਰਦਾ ਸੀ, ਪਰ ਹੁਣ ਆਪਣੇ ਬਾਪ ਦੇ ਕਹਿਣ 'ਤੇ ਵੀ ਮੈਨੂੰ ਫੋਨ ਨਹੀਂ ਕਰਦਾ ਸੀ। ਹੁਣ ਤਾਂ ਮੇਰੇ ਸਹੁਰੇ ਨੇ ਵੀ ਉਸਨੂੰ ਜ਼ਿਆਦਾ ਕਹਿਣਾ ਛੱਡ ਦਿੱਤਾ। ਜੇਕਰ ਮੈਂ ਆਪ ਫੋਨ ਕਰਦੀ ਤਾਂ ਉਹ ਕਹਿੰਦਾ ਕਿ ਮੈਂ ਬਿਜ਼ੀ ਹਾਂ, ਅਤੇ ਮੇਰਾ ਵੀ ਦਿਲ ਨਹੀਂ ਕਰਦਾ ਸੀ ਕਿ ਮੈਂ ਬਾਰ-ਬਾਰ ਉਸਨੂੰ ਤੰਗ ਕਰਾਂ।
ਪਰ ਮੈਨੂੰ ਉਸਦੀ ਯਾਦ ਆਉਂਦੀ ਸੀ। ਮੰਮੀ ਪਾਪਾ ਕੋਲ ਜਾਂਦੀ ਤਾਂ ਦਿਲ ਥੋੜ੍ਹਾ ਹਲਕਾ ਹੋ ਜਾਂਦਾ ਸੀ। ਇਸ ਤਰ੍ਹਾਂ ਪੂਰਾ ਮਹੀਨਾ ਲੰਘ ਗਿਆ ਅਤੇ ਫਿਰ ਇੱਕ ਦਿਨ ਮੈਂ ਆਪਣੇ ਬਿਸਤਰੇ 'ਤੇ ਕੁਝ ਅਜੀਬ ਦੇਖਿਆ। ਜਦੋਂ ਮੈਂ ਸਵੇਰੇ ਉੱਠੀ ਤਾਂ ਮੈਂ ਦੇਖਿਆ ਕਿ ਮੇਰੇ ਬਿਸਤਰੇ 'ਤੇ ਸੌਂਫ ਦੇ ਦਾਣੇ ਪਏ ਸਨ। ਮੈਂ ਸੋਚਿਆ ਕਿ ਇੱਥੇ ਬੈਠ ਕੇ ਸੌਂਫ ਕਿਸ ਨੇ ਖਾਧੀ ਹੈ। ਮੈਂ ਤਾਂ ਖਾਧੀ ਨਹੀਂ ਸੀ, ਪਰ ਮੈਂ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਬਿਸਤਰਾ ਝਾੜ ਦਿੱਤਾ। ਪਰ ਸ਼ਾਮ ਨੂੰ ਇੱਕ ਹੋਰ ਅਜੀਬ ਗੱਲ ਹੋਈ ਜਿਸ 'ਤੇ ਮੈਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਸੀ। ਉਹ ਇਹ ਕਿ ਮੇਰਾ ਸਹੁਰਾ ਮੇਰੇ ਪਤੀ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ ਅਤੇ ਮੈਂ ਵੀ ਚਲੀ ਗਈ ਅਤੇ ਉਹਨਾਂ ਨੂੰ ਕਿਹਾ ਕਿ ਮੇਰੀ ਵੀ ਗੱਲ ਕਰਵਾ ਦਿਓ। ਮੇਰਾ ਇੰਨਾ ਕਹਿੰਦੇ ਹੀ ਉਹਨਾਂ ਨੇ ਫ਼ੋਨ ਬੰਦ ਕਰ ਦਿੱਤਾ ਅਤੇ ਕਿਹਾ ਕਿ ਫ਼ੋਨ ਕੱਟ ਗਿਆ ਹੈ। ਮੈਂ ਆਪ ਉਹਨਾਂ ਨੂੰ ਫ਼ੋਨ ਬੰਦ ਕਰਦੇ ਹੋਏ ਦੇਖਿਆ ਸੀ। ਆਖਰ ਉਹ ਕਿਉਂ ਨਹੀਂ ਚਾਹੁੰਦੇ ਸਨ ਕਿ ਮੈਂ ਆਪਣੇ ਪਤੀ ਨਾਲ ਗੱਲ ਕਰਾਂ। ਉਹਨਾਂ ਨੇ ਕਿਹਾ ਕਿ ਬੇਟੀ ਉਹ ਬਹੁਤ ਬਿਜ਼ੀ ਹੈ। ਉਂਝ ਵੀ ਉਹ ਫ਼ੋਨ ਬੰਦ ਕਰਨ ਵਾਲਾ ਹੀ ਸੀ। ਲੱਗਦਾ ਹੈ ਕਾਲ ਆਪਣੇ ਆਪ ਹੀ ਕੱਟ ਗਈ। ਦੂਰ ਤੋਂ ਫ਼ੋਨ ਆਉਣ 'ਤੇ ਅਜਿਹਾ ਹੀ ਹੁੰਦਾ ਹੈ। ਤੂੰ ਜਾ ਕੇ ਫਟਾਫਟ ਰੋਟੀ ਬਣਾ ਦੇ, ਮੈਨੂੰ ਬਹੁਤ ਭੁੱਖ ਲੱਗੀ ਹੈ। ਮੈਂ ਬਹੁਤ ਉਦਾਸ ਹੋ ਗਈ ਸੀ। ਮੈਂ ਸੋਚਿਆ ਕਿ ਆਪਣੇ ਘਰ ਜਾ ਕੇ ਆਪਣੇ ਪਤੀ ਨਾਲ ਗੱਲ ਕਰਾਂਗੀ। ਮੈਂ ਆਪਣੇ ਮੰਮੀ ਪਾਪਾ ਦੇ ਘਰ ਗਈ। ਇੱਥੇ ਮੈਂ ਆਪਣੇ ਪਾਪਾ ਦੇ ਫ਼ੋਨ ਤੋਂ ਆਪਣੇ ਪਤੀ ਨੂੰ ਫ਼ੋਨ ਕੀਤਾ, ਪਰ ਉਸਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ। ਉਹ ਕਹਿਣ ਲੱਗਾ ਕਿ ਮੈਂ ਬਹੁਤ ਬਿਜ਼ੀ ਹਾਂ। ਜੇਕਰ ਉਹ 2-4 ਮਿੰਟ ਮੇਰੇ ਨਾਲ ਗੱਲ ਕਰ ਵੀ ਲੈਂਦਾ ਤਾਂ ਕੀ ਹੋ ਜਾਣਾ ਸੀ। ਮੇਰੇ ਮੰਮੀ ਪਾਪਾ ਨੂੰ ਵੀ ਸ਼ੱਕ ਹੋ ਗਿਆ ਸੀ। ਉਹਨਾਂ ਨੇ ਕਿਹਾ ਕਿ ਉਹ ਤੈਨੂੰ ਫ਼ੋਨ ਨਹੀਂ ਕਰਦਾ। ਤਾਂ ਮੈਂ ਕਿਹਾ ਨਹੀਂ, ਅਜਿਹੀ ਕੋਈ ਗੱਲ ਨਹੀਂ ਹੈ। ਅੱਜ ਉਹ ਬਿਜ਼ੀ ਸਨ। ਮੈਂ ਉਹਨਾਂ ਨੂੰ ਇਸ ਬਾਰੇ ਵਿੱਚ ਕੀ ਦੱਸਦੀ। ਹਾਲੇ ਤੱਕ ਤਾਂ ਮੈਨੂੰ ਆਪ ਹੀ ਨਹੀਂ ਸਮਝ ਆ ਰਿਹਾ ਸੀ। ਮੇਰੇ ਨਾਲ ਉਹ ਵੀ ਬਿਨਾਂ ਵਜ੍ਹਾ ਪਰੇਸ਼ਾਨ ਹੋ ਜਾਂਦੇ। ਰਾਤ ਹੋਈ ਤਾਂ ਫਿਰ ਮੇਰੇ ਬਿਸਤਰ 'ਤੇ ਸੌਂਫ ਦੇ ਦਾਣੇ ਪਏ ਸਨ। ਮੈਂ ਫਿਰ ਹੈਰਾਨ ਹੋ ਗਈ ਅਤੇ ਇਸ ਗੱਲ 'ਤੇ ਜ਼ਿਆਦਾ ਹੈਰਾਨ ਸੀ ਕਿ ਸਾਡੇ ਘਰ ਵਿੱਚ ਤਾਂ ਸੌਂਫ ਹੈ ਹੀ ਨਹੀਂ ਸੀ। ਤਾਂ ਫਿਰ ਮੇਰੇ ਬਿਸਤਰੇ ਉੱਪਰ ਇਹ ਸੌਂਫ ਕਿੱਥੋਂ ਆ ਗਈ। ਅੱਜ ਕੱਲ੍ਹ ਮੇਰੀ ਤਬੀਅਤ ਵੀ ਖਰਾਬ ਰਹਿਣ ਲੱਗੀ ਸੀ। ਮੇਰੀ ਮੰਮੀ ਨੇ ਕਿਹਾ ਕਿ ਕਿਤੇ ਤੂੰ ਮਾਂ ਬਣਨ ਵਾਲੀ ਤਾਂ ਨਹੀਂ। ਤਾਂ ਮੈਂ ਜਾ ਕੇ ਚੈੱਕ ਕਰਵਾ ਲਿਆ, ਪਰ ਅਜਿਹਾ ਵੀ ਕੁਝ ਨਹੀਂ ਸੀ। ਉਸ ਦਿਨ ਮੇਰੇ ਘਰ ਵਿੱਚ ਮੇਰੀ ਇੱਕ ਸਹੇਲੀ ਆਈ ਹੋਈ ਸੀ। ਮੈਂ ਆਪਣੀ ਮੰਮੀ ਨੂੰ ਕੁਝ ਨਹੀਂ ਦੱਸਦੀ ਸੀ, ਪਰ ਮੈਂ ਉਸਨੂੰ ਸਭ ਕੁਝ ਦੱਸ ਦਿੱਤਾ ਤਾਂ ਉਸਨੇ ਕਿਹਾ ਕਿ ਇਹ ਸਭ ਬਿਲਕੁਲ ਵੀ ਨਾਰਮਲ ਨਹੀਂ ਹੈ। ਤੂੰ ਤਾਂ ਬਹੁਤ ਖੂਬਸੂਰਤ ਅਤੇ ਜਵਾਨ ਹੈ। ਤੇਰਾ ਤਾਂ ਉਸ ਆਦਮੀ ਨਾਲ ਵਿਆਹ ਹੋਇਆ ਹੈ। ਮਰਦ ਭਾਵੇਂ ਕਿਹੋ ਜਿਹਾ ਵੀ ਹੋਵੇ, ਬੇਸ਼ੱਕ ਉਸਦਾ ਤੀਜਾ ਵਿਆਹ ਕਿਉਂ ਨਾ ਹੋਇਆ ਹੋਵੇ, ਉਹ ਆਪਣੀ ਪਤਨੀ ਨੂੰ ਕਦੇ ਵੀ ਇਸ ਤਰ੍ਹਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦਾ। ਉਹ ਤੈਨੂੰ ਵਿਆਹ ਦੇ 1 ਮਹੀਨੇ ਬਾਅਦ ਹੀ ਛੱਡ ਕੇ ਚਲਾ ਗਿਆ। ਮੈਂ ਕਿਹਾ ਕਿ ਉਹ 1 ਮਹੀਨਾ ਵੀ ਕਿਹੜਾ ਵਧੀਆ ਗੁਜ਼ਰਿਆ ਸੀ। ਇਸ ਵਿੱਚ ਤਾਂ ਮੈਂ ਘਰ ਦੇ ਕੰਮਾਂ ਵਿੱਚ ਹੀ ਬਿਜ਼ੀ ਸੀ। ਮੇਰੀ ਕੀ ਗਲਤੀ ਹੈ। ਉਸਨੇ ਕਿਹਾ ਕਿ ਨਹੀਂ, ਮੈਨੂੰ ਤੇਰੀ ਕੋਈ ਗਲਤੀ ਨਹੀਂ ਲੱਗ ਰਹੀ, ਮੈਨੂੰ ਤਾਂ ਕੁਝ ਹੋਰ ਹੀ ਲੱਗ ਰਿਹਾ ਹੈ। ਮੈਂ ਕਿਹਾ ਕੀ ਮਤਲਬ। ਤਾਂ ਉਸਨੇ ਕਿਹਾ ਕਿ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ। ਅਜਿਹਾ ਨਾ ਹੋਏ ਕਿ ਮੇਰਾ ਲਗਾਇਆ ਹੋਇਆ ਅੰਦਾਜ਼ਾ ਸਹੀ ਸਾਬਤ ਹੋ ਜਾਵੇ। ਤੂੰ ਆਪਣੇ ਪਤੀ ਨਾਲ ਗੱਲ ਕਰ ਅਤੇ ਜੇਕਰ ਉਹ ਤੇਰੇ ਨਾਲ ਗੱਲ ਨਹੀਂ ਕਰਦਾ ਤਾਂ ਉਸਨੂੰ ਪੁੱਛ ਕਿ ਕੀ ਉਸਨੂੰ ਤੇਰੀ ਯਾਦ ਨਹੀਂ ਆਉਂਦੀ। ਮੈਂ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੀ ਸੀ, ਸ਼ਾਇਦ ਇਸ ਲਈ ਕਿਉਂਕਿ ਮੇਰੇ ਪਤੀ ਮੇਰੇ ਕੋਲ ਨਹੀਂ ਸੀ। ਮੈਂ ਆਪਣੇ ਪਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ ਕਿ ਨਾ ਤਾਂ ਤੂੰ ਕੋਈ 16 ਸਾਲ ਦੀ ਕੁੜੀ ਹੈ ਅਤੇ ਨਾ ਹੀ ਮੈਂ, ਅਤੇ ਨਾ ਹੀ ਇਹ ਕੋਈ ਸਾਡੀ ਲਵ ਮੈਰਿਜ ਹੈ ਜੋ ਅਸੀਂ ਇੱਕ ਦੂਜੇ ਦੀ ਯਾਦ ਵਿੱਚ ਤੜਫਦੇ ਰਹਾਂਗੇ। ਮੈਂ ਇੱਥੇ ਰੋਜ਼ਗਾਰ ਕਮਾਉਣ ਲਈ ਬੈਠਾ ਹਾਂ। ਮੇਰੇ ਪਤੀ ਦੀਆਂ ਗੱਲਾਂ ਸੁਣ ਕੇ ਇੰਜ ਲੱਗਦਾ ਸੀ ਜਿਵੇਂ ਉਸਦੇ ਅੰਦਰ ਦਿਲ ਹੈ ਹੀ ਨਹੀਂ। ਮੈਂ ਕੋਈ ਅਜਿਹੀ ਗਈ ਗੁਜ਼ਰੀ ਤਾਂ ਨਹੀਂ ਸੀ। ਚੰਗੀ ਭਲੀ ਸ਼ਕਲ ਸੂਰਤ ਦੀ ਮਾਲਕ ਸੀ। ਮੇਰੇ ਪਤੀ ਦਾ ਵੀ ਇਹ ਪਹਿਲਾ ਵਿਆਹ ਸੀ। ਅਜਿਹਾ ਵੀ ਨਹੀਂ ਸੀ ਕਿ ਉਸਦੀ ਪਤਨੀ ਬਾਰ-ਬਾਰ ਉਸਨੂੰ ਦੁਨੀਆ ਵਿੱਚ ਇਕੱਲਾ ਛੱਡ ਕੇ ਜਾ ਰਹੀ ਹੈ ਜਾਂ ਉਸ ਵਿੱਚ ਨੁਕਸ ਕੱਢ ਕੇ ਉਸ ਤੋਂ ਤਲਾਕ ਲੈ ਰਹੀ ਹੈ। ਪਰ ਇੱਥੇ ਤਾਂ ਦੇਖਣ ਵਿੱਚ ਇਹੀ ਲੱਗਦਾ ਸੀ ਕਿ ਜਿਵੇਂ ਉਸਨੂੰ ਔਰਤਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਇੱਧਰ ਮੈਂ ਰੋਜ਼ ਸਵੇਰੇ ਉੱਠਦੀ ਤਾਂ ਮੇਰੇ ਬਿਸਤਰ 'ਤੇ ਸੌਂਫ ਪਈ ਮਿਲਦੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ ਸੀ। ਇੱਕ ਦਿਨ ਮੇਰੇ ਸਹੁਰਿਆਂ ਵੱਲੋਂ ਹੀ ਸਾਡੇ ਰਿਸ਼ਤੇਦਾਰਾਂ ਵਿੱਚੋਂ ਇੱਕ ਔਰਤ ਨੇ ਸਾਨੂੰ ਰੋਟੀ 'ਤੇ ਬੁਲਾਇਆ ਅਤੇ ਕਿਹਾ ਕਿ ਤੇਰਾ ਪਤੀ ਤਾਂ ਜਲਦੀ ਹੀ ਵਾਪਸ ਚਲਾ ਗਿਆ, ਪਰ ਸਾਨੂੰ ਤਾਂ ਤੁਹਾਡੇ ਲਈ ਰੋਟੀ ਕਰਨੀ ਹੀ ਸੀ। ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਉਹਨਾਂ ਦੇ ਘਰ ਵਿੱਚ ਕੁਝ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਹੋਈਆਂ ਸਨ ਜੋ ਦੀਵਾਰ 'ਤੇ ਲਗਾਈਆਂ ਗਈਆਂ ਸਨ।
ਮੈਂ ਪੁੱਛਿਆ ਕਿ ਇਹ ਕਿਸ ਨੇ ਬਣਾਈਆਂ ਹਨ, ਤਾਂ ਉਹਨਾਂ ਨੇ ਕਿਹਾ ਕਿ ਇਹ ਤੇਰੇ ਪਤੀ ਨੇ ਬਣਾਈਆਂ ਹਨ। ਉਸ ਨੂੰ ਇਹਨਾਂ ਦਾ ਸ਼ੌਂਕ ਹੈ। ਮੈਂ ਪੁੱਛਿਆ ਕਿ ਕਦੋਂ ਤੋਂ, ਤਾਂ ਉਹ ਦੱਸਣ ਲੱਗੇ ਕਿ ਉਹ ਅਜਿਹੀਆਂ ਚੀਜ਼ਾਂ ਬਣਾਉਂਦਾ ਰਹਿੰਦਾ ਹੈ ਅਤੇ ਸਾਡੇ ਰਿਸ਼ਤੇਦਾਰਾਂ ਵਿੱਚ ਸਭ ਤੋਂ ਜ਼ਿਆਦਾ ਆਸ਼ਿਕ ਮਿਜ਼ਾਜ ਮੁੰਡਾ ਉਹੀ ਹੈ। ਮੈਂ ਕਿਹਾ ਕਿ ਆਸ਼ਿਕ ਮਿਜ਼ਾਜ, ਇਹ ਸ਼ਬਦ ਤਾਂ ਮੇਰੇ ਪਤੀ 'ਤੇ ਬਿਲਕੁਲ ਵੀ ਫਿੱਟ ਨਹੀਂ ਬੈਠਦਾ, ਕਿਉਂਕਿ ਮੈਂ ਉਸਦੇ ਅੰਦਰ ਅਜਿਹੀ ਕੋਈ ਹਰਕਤ ਨਹੀਂ ਦੇਖੀ। ਉਸਨੇ ਤਾਂ ਆਪਣੀ ਪਤਨੀ ਨਾਲ ਵੀ ਕਦੇ ਪਿਆਰ ਨਾਲ ਗੱਲ ਨਹੀਂ ਕੀਤੀ। ਤਾਂ ਉਹ ਕੁੜੀ ਮੈਨੂੰ ਕਹਿਣ ਲੱਗੀ ਕਿ ਇੱਕ ਵਾਰ ਤਾਂ ਉਹ ਮੇਰੇ ਪਿੱਛੇ ਵੀ ਪਿਆ ਹੋਇਆ ਸੀ। ਮੈਂ ਤਾਂ ਉਸ ਤੋਂ ਉਮਰ ਵਿੱਚ ਵੱਡੀ ਸੀ। ਮੈਨੂੰ ਲੱਗਦਾ ਸੀ ਕਿ ਮਜ਼ਾਕ ਕਰਦਾ ਹੈ। ਫਿਰ ਅਜਿਹਾ ਲੱਗਣ ਲੱਗਾ ਕਿ ਸ਼ਾਇਦ ਉਹ ਸੀਰੀਅਸ ਹੈ। ਖੈਰ, ਮੇਰਾ ਵਿਆਹ ਤਾਂ ਕਦੋਂ ਦਾ ਹੋ ਚੁੱਕਿਆ ਹੈ ਅਤੇ ਮੈਂ ਤਾਂ 2 ਬੱਚਿਆਂ ਦੀ ਵੀ ਮਾਂ ਬਣ ਗਈ ਹਾਂ। ਪਰਮਾਤਮਾ ਤੇਰੇ ਘਰ ਵੀ ਖੁਸ਼ੀਆਂ ਲੈ ਕੇ ਆਵੇ। ਮੈਂ ਪੁੱਛਿਆ ਕਿ ਤੂੰ ਸੱਚਮੁੱਚ ਹੀ ਮੇਰੇ ਪਤੀ ਦੇ ਬਾਰੇ ਵਿੱਚ ਗੱਲ ਕਰ ਰਹੀ ਹੈ? ਤਾਂ ਉਸਨੇ ਦੱਸਿਆ ਕਿ ਹਾਂ। ਅਤੇ ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ? ਅਸੀਂ ਕਹਿੰਦੇ ਹੁੰਦੇ ਸੀ ਕਿ ਜਿਸ ਕੁੜੀ ਨਾਲ ਵੀ ਉਸਦਾ ਵਿਆਹ ਹੋਵੇਗਾ ਉਹ ਬਹੁਤ ਹੀ ਖੁਸ਼ਕਿਸਮਤ ਹੋਵੇਗੀ, ਕਿਉਂਕਿ ਉਸਦੀ ਆਵਾਜ਼ ਵੀ ਬਹੁਤ ਚੰਗੀ ਹੈ ਅਤੇ ਉਹ ਗਾਣਾ ਵੀ ਬਹੁਤ ਵਧੀਆ ਗਾਉਂਦਾ ਹੈ। ਅਤੇ ਫਿਰ ਆਦਮੀ ਜੇਕਰ ਆਪਣੀ ਪਤਨੀ ਲਈ ਗਾਣਾ ਨਹੀਂ ਗਾਵੇਗਾ ਤਾਂ ਹੋਰ ਕਿਸ ਲਈ ਗਾਵੇਗਾ? ਕਿਉਂ, ਕੀ ਹੋਇਆ? ਉਸਨੇ ਤੈਨੂੰ ਕਦੇ ਕੋਈ ਗਾਣਾ ਗਾ ਕੇ ਨਹੀਂ ਸੁਣਾਇਆ? ਮੈਨੂੰ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਪਤੀ ਦੇ ਬਾਰੇ ਵਿੱਚ ਨਹੀਂ ਬਲਕਿ ਕਿਸੇ ਹੋਰ ਬਾਰੇ ਗੱਲਾਂ ਕਰ ਰਹੀ ਹੈ। ਫਿਰ ਮੈਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਮਜ਼ਾਕ ਕਰ ਰਹੀ ਸੀ। ਉਹ ਤਾਂ ਬਿਲਕੁਲ ਅਜਿਹੇ ਹੀ ਹਨ ਜਿਵੇਂ ਤੁਸੀਂ ਦੱਸ ਰਹੇ ਹੋ। ਮੈਂ ਉਹਨਾਂ ਨੂੰ ਕੀ ਦੱਸਦੀ? ਇੱਥੇ ਤਾਂ ਮਾਮਲਾ ਬਿਲਕੁਲ ਹੀ ਉਲਟ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਸੀ। ਸ਼ਾਇਦ ਇਸੇ ਕਰਕੇ ਮੇਰੀ ਤਬੀਅਤ ਖਰਾਬ ਹੋ ਰਹੀ ਸੀ। ਇੱਕ ਦਿਨ ਮੈਂ ਦੇਖਿਆ ਕਿ ਮੇਰਾ ਕਮਰਾ ਬਿਲਕੁਲ ਖਾਲੀ ਸੀ ਅਤੇ ਮੈਂ ਹੁਣੇ ਆਪਣਾ ਬਿਸਤਰ ਸਾਫ਼ ਕਰਕੇ ਗਈ ਸੀ। ਫਿਰ ਕੁਝ ਦੇਰ ਬਾਅਦ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਚਲਾ ਗਿਆ। ਰਾਤ ਹੋਣ ਵਾਲੀ ਸੀ ਅਤੇ ਮੈਂ ਸੌਣ ਤੋਂ ਪਹਿਲਾਂ ਸਾਰੇ ਕੰਮ ਖਤਮ ਕਰ ਰਹੀ ਸੀ। ਮੈਂ ਸੋਚਿਆ ਕਿ ਉਹਨਾਂ ਦਾ ਮੇਰੇ ਕਮਰੇ ਵਿੱਚ ਕੀ ਕੰਮ ਹੈ, ਪਰ ਮੈਂ ਉਹਨਾਂ ਦੇ ਪਿੱਛੇ ਨਹੀਂ ਗਈ, ਕਿਉਂਕਿ ਜ਼ਾਹਿਰ ਹੈ ਮੈਂ ਉਹਨਾਂ ਦੇ ਪਿੱਛੇ ਕਿਵੇਂ ਜਾ ਸਕਦੀ ਸੀ। ਉਹ ਥੋੜ੍ਹੀ ਦੇਰ ਬਾਅਦ ਉੱਥੋਂ ਵਾਪਸ ਆ ਗਏ। ਉਹਨਾਂ ਦੇ ਹੱਥ ਵਿੱਚ ਕੋਈ ਵੀ ਚੀਜ਼ ਨਹੀਂ ਸੀ। ਮੈਂ ਸੋਚਣ ਲੱਗੀ ਕਿ ਸ਼ਾਇਦ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇਗੀ, ਇਸ ਲਈ ਉਹ ਅੰਦਰ ਗਏ ਹੋਣਗੇ, ਪਰ ਮੈਂ ਉਹਨਾਂ ਨੂੰ ਸਵਾਲ ਨਹੀਂ ਕਰ ਸਕਦੀ ਸੀ। ਇਹ ਪੂਰਾ ਘਰ ਉਹਨਾਂ ਦਾ ਹੀ ਸੀ ਅਤੇ ਮੇਰੇ ਪਤੀ ਦੇਵ ਕਿਹੜਾ ਮੇਰੇ ਨਾਲ ਰਹਿੰਦੇ ਸਨ, ਜੋ ਮੇਰੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਇਜਾਜ਼ਤ ਲੈਂਦੇ ਜਾਂ ਫਿਰ ਕੁਝ ਸੋਚ ਸਮਝ ਕੇ ਮੇਰੇ ਕਮਰੇ ਵਿੱਚ ਆਉਂਦੇ, ਕਿਉਂਕਿ ਮੈਂ ਤਾਂ ਇਕੱਲੀ ਹੀ ਰਹਿੰਦੀ ਸੀ। ਜਦੋਂ ਮੈਂ ਕਮਰੇ ਵਿੱਚ ਦਾਖਲ ਹੋਈ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰੇ ਬਿਸਤਰ 'ਤੇ ਸੌਂਫ ਦੇ ਦਾਣੇ ਪਏ ਸਨ। ਹੁਣ ਮੈਨੂੰ ਸ਼ੱਕ ਹੋ ਗਿਆ ਸੀ ਕਿ ਹਾਲੇ ਥੋੜ੍ਹੀ ਦੇਰ ਪਹਿਲਾਂ ਤਾਂ ਮੈਂ ਆਪਣੇ ਬਿਸਤਰੇ ਨੂੰ ਸਾਫ਼ ਕੀਤਾ ਸੀ ਅਤੇ ਮੇਰਾ ਸਹੁਰਾ ਹੀ ਕਮਰੇ ਵਿੱਚ ਆਇਆ ਸੀ। ਮੈਂ ਉਹ ਦਾਣੇ ਇਕੱਠੇ ਕਰ ਲਏ। ਦੇਖਣ ਵਿੱਚ ਤਾਂ ਇਹ ਆਮ ਸੌਂਫ ਲੱਗ ਰਹੀ ਸੀ। ਮੈਂ ਉਹਨਾਂ ਨੂੰ ਆਪਣੇ ਕੋਲ ਰੱਖ ਲਿਆ ਅਤੇ ਸੋਚਣ ਲੱਗੀ ਕਿ ਜੇਕਰ ਇਹ ਹਰਕਤ ਮੇਰੇ ਸਹੁਰੇ ਦੀ ਹੈ ਤਾਂ ਇਸ ਪਿੱਛੇ ਉਹਨਾਂ ਦਾ ਕੀ ਮਕਸਦ ਹੋ ਸਕਦਾ ਸੀ। ਮੇਰੇ ਪਤੀ ਨਾਲ ਮੇਰਾ ਅਜਿਹਾ ਕੋਈ ਰਿਸ਼ਤਾ ਨਹੀਂ ਸੀ ਕਿ ਮੈਂ ਉਹਨਾਂ ਨੂੰ ਇਹ ਸਵਾਲ ਕਰਦੀ ਅਤੇ ਪੁੱਛਦੀ ਕਿ ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕਰ ਰਹੇ ਹੋ। ਪਰ ਮੇਰੇ ਦਿਮਾਗ ਵਿੱਚ ਹੋਰ ਵੀ ਗੱਲਾਂ ਆਉਣ ਲੱਗੀਆਂ ਸਨ। ਹੁਣ ਰੋਜ਼ ਮੇਰੇ ਬਿਸਤਰੇ 'ਤੇ ਸੌਂਫ ਦੇ ਦਾਣੇ ਪਏ ਮਿਲਦੇ ਸਨ। ਮੈਂ ਉਹਨਾਂ ਨੂੰ ਇਕੱਠਾ ਕਰ ਲੈਂਦੀ ਸੀ ਅਤੇ ਇੱਕ ਡੱਬੇ ਵਿੱਚ ਪਾ ਕੇ ਰੱਖ ਦਿੰਦੀ ਸੀ। ਮੇਰੀ ਤਬੀਅਤ ਬਹੁਤ ਖਰਾਬ ਰਹਿਣ ਲੱਗੀ ਸੀ, ਪਰ ਹੁਣ ਕੁਝ ਦਿਨਾਂ ਤੋਂ ਮੈਂ ਬਿਲਕੁਲ ਠੀਕ ਸੀ ਅਤੇ ਮੇਰੇ ਪਤੀ ਦਾ ਵਰਤਾਓ ਤਾਂ ਇਸ ਤਰ੍ਹਾਂ ਦਾ ਹੋ ਗਿਆ ਸੀ ਕਿ ਜੇਕਰ ਮੈਂ ਉਸਨੂੰ 2 ਮਹੀਨੇ ਵੀ ਫੋਨ ਨਾ ਕਰਾਂ ਤਾਂ ਉਸਨੂੰ ਕੋਈ ਫਰਕ ਨਹੀਂ ਪੈਂਦਾ ਸੀ। ਹੁਣ ਮੇਰੇ ਸਹੁਰੇ ਦਾ ਸੁਭਾਅ ਵੀ ਬਦਲ ਗਿਆ ਸੀ। ਉਹਨਾਂ ਨੇ ਵੀ ਮੈਨੂੰ ਇਸ ਤਰ੍ਹਾਂ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਵੇਂ ਮੈਂ ਇਸ ਘਰ ਵਿੱਚ ਸਿਰਫ ਕੰਮ ਕਰਨ ਆਈ ਹਾਂ। ਪਹਿਲਾਂ ਤਾਂ ਉਹ ਮੇਰੇ ਤੋਂ ਕੁਝ ਪੁੱਛ ਵੀ ਲੈਂਦੇ ਸਨ ਕਿ ਕੋਈ ਚੀਜ਼ ਚਾਹੀਦੀ ਹੈ ਜਾਂ ਤੈਨੂੰ ਕਿਤੇ ਜਾਣਾ ਹੈ ਤਾਂ ਮੈਂ ਛੱਡ ਆਉਂਦਾ ਹਾਂ। ਹੁਣ ਤਾਂ ਉਹਨਾਂ ਨੇ ਮੈਨੂੰ ਬਿਲਕੁਲ ਇੱਕ ਕੋਨੇ ਵਿੱਚ ਰੱਖ ਦਿੱਤਾ ਸੀ, ਜਿਵੇਂ ਮੈਂ ਇਸ ਘਰ ਦਾ ਮੈਂਬਰ ਨਹੀਂ ਬਲਕਿ ਕੋਈ ਬੇਜਾਨ ਚੀਜ਼ ਹਾਂ। ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਇੱਕ ਦਿਨ ਮੈਂ ਉਹੀ ਸਾਰੇ ਸੌਂਫ ਦੇ ਦਾਣੇ ਜੋ ਇੱਕ ਹਫ਼ਤੇ ਤੋਂ ਜਮ੍ਹਾਂ ਕਰ ਰਹੀ ਸੀ, ਉਹਨਾਂ ਨੂੰ ਪੀਸ ਕੇ ਆਪਣੇ ਸਹੁਰੇ ਲਈ ਚਾਹ ਵਿੱਚ ਪਾ ਦਿੱਤਾ ਅਤੇ ਉਹਨਾਂ ਨੂੰ ਦੇ ਦਿੱਤੀ, ਕਿਉਂਕਿ ਉਹ ਹੀ ਮੇਰੇ ਬਿਸਤਰੇ 'ਤੇ ਸੌਂਫ ਦੇ ਦਾਣੇ ਰੱਖ ਰਹੇ ਸਨ। ਉਹਨਾਂ ਦਾ ਮਕਸਦ ਜਾਣਨ ਲਈ ਮੈਨੂੰ ਇਹ ਸਭ ਕੁਝ ਕਰਨਾ ਹੀ ਪਿਆ। ਮੈਂ ਉਹਨਾਂ ਨੂੰ ਚਾਹ ਪਿਲਾ ਦਿੱਤੀ ਤੇ ਬਾਅਦ ਵਿੱਚ ਆਪਣੇ ਕਮਰੇ ਵਿੱਚ ਆ ਗਈ। ਥੋੜ੍ਹੀ ਦੇਰ ਤਾਂ ਕੁਝ ਵੀ ਨਾ ਹੋਇਆ। ਮੈਨੂੰ ਲੱਗਾ ਕਿ ਮੈਂ ਵਹਿਮ ਕਰ ਰਹੀ ਹਾਂ
ਪਰ ਫਿਰ ਅਚਾਨਕ ਉਹਨਾਂ ਦੇ ਕਮਰੇ ਵਿੱਚੋਂ ਅਜੀਬ ਆਵਾਜ਼ਾਂ ਆਉਣ ਲੱਗੀਆਂ, ਜਿਵੇਂ ਉਹਨਾਂ ਦਾ ਸਾਹ ਬੰਦ ਹੋ ਰਿਹਾ ਹੋਵੇ। ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ। ਮੈਂ ਆਪਣੇ ਗੁਆਂਢ ਵਿੱਚ ਰਹਿੰਦੇ ਔਰਤ ਦੇ ਪਤੀ ਨੂੰ ਬੁਲਾ ਲਿਆਈ ਅਤੇ ਉਸ ਤੋਂ ਮਦਦ ਮੰਗੀ। ਉਹ ਉਹਨਾਂ ਨੂੰ ਹਸਪਤਾਲ ਲੈ ਗਿਆ ਤਾਂ ਡਾਕਟਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਕਿਸੇ ਨੇ ਜ਼ਹਿਰ ਦਿੱਤਾ ਹੈ। ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੇਰਾ ਪਤੀ ਵੀ 1 ਹਫ਼ਤੇ ਦੇ ਅੰਦਰ ਹੀ ਵਾਪਸ ਆ ਗਿਆ। ਮੇਰੇ ਸਹੁਰੇ ਦੀ ਹਾਲਤ ਪਹਿਲਾਂ ਨਾਲੋਂ ਠੀਕ ਸੀ। ਸਭ ਮੈਨੂੰ ਸਵਾਲ ਕਰ ਰਹੇ ਸਨ, ਪਰ ਸਵਾਲ ਕਰਨਾ ਤਾਂ ਮੇਰਾ ਹੱਕ ਬਣਦਾ ਸੀ। ਮੈਂ ਆਪਣੇ ਮਾਂ-ਬਾਪ ਨੂੰ ਵੀ ਸਭ ਕੁਝ ਦੱਸ ਦਿੱਤਾ ਅਤੇ ਆਪਣੇ ਪਤੀ ਨੂੰ ਕਿਹਾ ਕਿ ਤੇਰੇ ਬਾਪ ਨੇ ਮੇਰੇ ਨਾਲ ਇਹ ਸਭ ਕੁਝ ਕੀਤਾ। ਤਾਂ ਇਹ ਗੱਲ ਸਾਹਮਣੇ ਆਈ ਕਿ ਮੇਰਾ ਪਤੀ ਕਦੇ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਉਹ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਸੀ, ਪਰ ਉਸ ਕੁੜੀ ਦਾ ਵਿਆਹ ਹੋ ਗਿਆ ਸੀ। ਤਾਂ ਫਿਰ ਉਹ ਵਿਦੇਸ਼ ਚਲਾ ਗਿਆ, ਜਿੱਥੇ ਉਹ ਕੁੜੀ ਉਸਨੂੰ ਮਿਲ ਗਈ। ਉੱਥੇ ਉਹ ਇਕੱਲੀ ਰਹਿੰਦੀ ਸੀ, ਕਿਉਂਕਿ ਉਸਦਾ ਪਤੀ ਮਰ ਚੁੱਕਿਆ ਸੀ ਅਤੇ ਮੇਰਾ ਪਤੀ ਉਸਦੇ ਨਾਲ ਰਹਿਣ ਲੱਗਿਆ। ਉਸਨੂੰ ਉਸਦੀ ਮੁਹੱਬਤ ਜੋ ਮਿਲ ਗਈ ਸੀ, ਪਰ ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਇਸ ਲਈ ਉਹ ਮੇਰੇ ਤੋਂ ਜਾਨ ਛੁਡਾਉਣੀ ਚਾਹੁੰਦਾ ਸੀ ਅਤੇ ਮੇਰਾ ਸਹੁਰਾ ਮੇਰੇ ਉੱਪਰ ਕਾਲਾ ਜਾਦੂ ਕਰ ਰਿਹਾ ਸੀ ਤਾਂ ਜੋ ਮੈਂ ਬਿਮਾਰ ਹੋ ਕੇ ਮਰ ਜਾਵਾਂ। ਨਾਲ ਹੀ ਮੈਨੂੰ ਜ਼ਹਿਰ ਵੀ ਦੇ ਰਿਹਾ ਸੀ। ਦੋਵੇਂ ਬਾਪ ਪੁੱਤ ਬਹੁਤ ਖੁਦਗਰਜ਼ ਸਨ। ਉਹਨਾਂ ਨੂੰ ਸਿਰਫ ਆਪਣੀ ਜ਼ਿੰਦਗੀ ਤੋਂ ਮਤਲਬ ਸੀ। ਮੈਨੂੰ ਇਸਤੇਮਾਲ ਕਰਦੇ ਰਹੇ ਤਾਂ ਜੋ ਮੈਂ ਘਰ ਦੇ ਕੰਮ ਕਰਦੀ ਰਹਾਂ ਅਤੇ ਜਦੋਂ ਮੇਰੀ ਜ਼ਰੂਰਤ ਨਾ ਰਹੀ ਤਾਂ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਮੈਂ ਉਹਨਾਂ 'ਤੇ ਕੇਸ ਕਰਵਾਇਆ ਅਤੇ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਣੇ ਘਰ ਵਾਪਸ ਆ ਗਈ। ਮੇਰੀ ਜ਼ਿੰਦਗੀ ਬਰਬਾਦ ਹੋ ਗਈ, ਪਰ ਮੇਰੇ ਨਾਲ ਕੋਈ ਹੋਰ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਗਈ। ਜੇਕਰ ਮੈਂ ਮਾਂ ਬਣ ਜਾਂਦੀ ਤਾਂ ਫਿਰ ਮੇਰੇ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ। ਆਖਿਰ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀਆਂ ਧੀਆਂ ਦੇ ਰਿਸ਼ਤੇ ਸੋਚ ਸਮਝ ਕੇ ਕਰੋ। ਦੁਨੀਆ ਵਿੱਚ ਚੰਗੇ ਬੁਰੇ ਲੋਕ ਹੁੰਦੇ ਹਨ, ਪਰ ਉਹਨਾਂ ਨੂੰ ਪਹਿਚਾਨਣ ਦੀ ਅਕਲ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਮੇਰੇ ਪਤੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਚਾਹੁੰਦਾ ਤਾਂ ਮੇਰੇ ਤੋਂ ਤਲਾਕ ਵੀ ਲੈ ਸਕਦਾ ਸੀ, ਫਿਰ ਉਹ ਮੈਨੂੰ ਜਾਨ ਤੋਂ ਕਿਉਂ ਮਾਰਨਾ ਚਾਹੁੰਦਾ ਸੀ, ਤਾਂ ਉਸਨੇ ਇਸ ਦਾ ਕਾਰਨ ਦੱਸਿਆ ਕਿ ਮੇਰੇ ਪਾਪਾ ਨੇ ਵਿਆਹ ਵਿੱਚ ਚੰਗਾ ਪੈਸਾ ਲਗਾਇਆ ਸੀ। ਸੋਨਾ ਚਾਂਦੀ ਅਤੇ ਹੋਰ ਬਹੁਤ ਸਾਰਾ ਦਹੇਜ ਦਿੱਤਾ ਸੀ, ਜੋ ਉਸਨੂੰ ਹਰ ਹਾਲ ਵਿੱਚ ਵਾਪਸ ਦੇਣਾ ਪੈਣਾ ਸੀ। ਇਸ ਲਈ ਉਸਨੇ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਸਮਝ ਨਹੀਂ ਆਉਂਦਾ ਕਿ ਇਨਸਾਨ ਕੀ ਕਰੇ। ਜਿਨ੍ਹਾਂ ਚੀਜ਼ਾਂ ਨੂੰ ਕੁੜੀ ਦੀ ਹਿਫਾਜ਼ਤ ਦੇ ਲਈ ਬਣਾਇਆ ਗਿਆ ਹੈ, ਉਹ ਵੀ ਉਸਨੂੰ ਨੁਕਸਾਨ ਪਹੁੰਚਾਉਣ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਮੈਂ 2 ਸਾਲ ਆਪਣੇ ਘਰ ਬੈਠੀ ਰਹੀ ਅਤੇ ਮੇਰੇ ਲਈ ਕੋਈ ਰਿਸ਼ਤਾ ਨਹੀਂ ਆਇਆ। ਫਿਰ ਕੁਝ ਦੇਰ ਬਾਅਦ ਮੇਰੇ ਲਈ ਇੱਕ ਬਹੁਤ ਵਧੀਆ ਰਿਸ਼ਤਾ ਆਇਆ ਅਤੇ ਮੈਂ ਉਸ ਘਰ ਵਿੱਚ ਬਹੁਤ ਖੁਸ਼ ਹਾਂ। ਮੈਨੂੰ ਪਤਾ ਚੱਲਿਆ ਕਿ ਮੇਰੇ ਪਹਿਲੇ ਪਤੀ ਨੇ ਤਲਾਕ ਹੁੰਦੇ ਹੀ ਉਸ ਕੁੜੀ ਨਾਲ ਵਿਆਹ ਕਰ ਲਿਆ, ਜਿਸ ਨੂੰ ਉਹ ਪਿਆਰ ਕਰਦਾ ਸੀ। ਪਰ ਜਦੋਂ ਉਸ ਕੁੜੀ ਨੂੰ ਵਿਦੇਸ਼ ਵਿੱਚ ਹੀ ਇੱਕ ਚੰਗਾ ਪੈਸੇ ਵਾਲਾ ਅੰਗਰੇਜ਼ ਮਿਲਿਆ ਤਾਂ ਉਸਨੇ ਮੇਰੇ ਪਤੀ ਨੂੰ ਛੱਡ ਦਿੱਤਾ ਅਤੇ ਭੱਜ ਗਈ। ਹੁਣ ਉਹ ਦੋਵੇਂ ਬਾਪ ਪੁੱਤ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਹਨ ਅਤੇ ਆਪ ਹੀ ਆਪਣੀਆਂ ਕੱਚੀਆਂ ਪੱਕੀਆਂ ਰੋਟੀਆਂ ਪਕਾ ਕੇ ਖਾ ਰਹੇ ਹਨ। ਸ਼ਾਇਦ ਇਹੀ ਉਹਨਾਂ ਦੀ ਸਜ਼ਾ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।